ਸਾਰਾਗੜ੍ਹੀ ਦੀ ਜੰਗ ਦੇ ਵਿੱਚ 10,000 ਪਠਾਣਾਂ ਦੇ ਨਾਲ 21 ਸਿੱਖਾਂ ਨੇ ਜੰਗ ਲੜਿਆ ਤੇ ਜੰਗ ਜਿੱਤਿਆ। ਉਹਨਾਂ ਸਾਰੇ ਸ਼ਹੀਦਾਂ ਨੂੰ ਅੱਜ 124ਵੀਂ ਵਰ੍ਹੇਗੰਢ ਦੇ ਮੌਕੇ ਅਸੀਂ ਪ੍ਰਣਾਮ ਕਰਦੇ ਹਾਂ, ਸ਼ਰਧਾਂਜਲੀ ਦਿੰਦੇ ਹਾਂ। ਦੇਸ਼ ਦੇ ਵਿੱਚ ਖਰਾਬ ਮੌਸਮ ਕਰਕੇ ਨਿੱਤ 8 ਮੌਤਾਂ ਹੋ ਰਹੀਆਂ ਨੇ। ਹਾਈ ਕੋਰਟ ਨੇ ਕੀ ਘੁਰਕੀ ਦਿੱਤੀ ਹੈ ਕਿ ਹੁਣ ਪੰਜਾਬ ਦੇ ਢਿੱਡਲ ਪੁਲਿਸ ਮੁਲਾਜ਼ਮ ਕਸਰਤ ਕਰਿਆ ਕਰਨਗੇ। ਪੰਜਾਬ ਸਮੇਤ ਦਿੱਲੀ ਤੇ ਹੋਰ ਸੂਬਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਹੈ ਜਿਹੜਾ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ। ਅੱਜ ਮੀਂਹ ਹੈ ਜਿਹੜਾ ਕਿੱਥੇ ਪਿਆ ਹੈ ਬੁਲੇਟਿਨ ਦੇ ਵਿਸਥਾਰ ਦੇ ਵਿੱਚ ਦੱਸਾਂਗੇ। ਪੰਜਾਬ ਦੇ ਜਿਹੜੇ ਵੀ ਇਲਾਕਿਆਂ 'ਚ ਮੀਂਹ ਕਰਕੇ ਫਸਲਾਂ ਮਰੀਆਂ ਨੇ ਉਹਨਾਂ ਦੇ ਲਈ ਕੈਪਟਨ ਸਾਹਿਬ ਨੇ ਕੀ ਐਲਾਨ ਕੀਤਾ ਹੈ, ਸਾਰੀਆਂ ਖਬਰਾਂ ਤੇ ਵਿਸਥਾਰ ਨਾਲ ਤੁਹਾਨੂੰ ਜਾਣਕਾਰੀ ਦੇਵਾਂਗੇ। ਸਤਿ ਸ਼੍ਰੀ ਅਕਾਲ ਜੀ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਸਾਰਾਗੜ੍ਹੀ ਦੀ ਲੜਾਈ ਦਾ ਨਾਮ ਸੁਣਦੇ ਸਾਰ ਹੀ ਸਾਨੂੰ ਉਹ 21 ਬਹਾਦਰ ਯੋਧੇ ਯਾਦ ਆ ਜਾਂਦੇ ਨੇ ਜਿਨ੍ਹਾਂ ਨੇ ਕਰੀਬ 10,000 ਤੋਂ ਵੱਧ ਅਫਗਾਨ ਕਬਾਇਲੀਆਂ ਦੇ ਨਾਲ ਬਹਾਦਰੀ ਨਾਲ ਟਾਕਰਾ ਕੀਤਾ ਸੀ। ਸਾਰਾਗੜ੍ਹੀ ਦੀ ਲੜਾਈ ਨੂੰ 12 ਸਤੰਬਰ ਨੂੰ 124 ਸਾਲ ਪੂਰੇ ਹੋ ਗਏ ਨੇ। ਸਿੱਖ ਸਿਪਾਹੀਆਂ ਦੀ ਇੱਕ ਛੋਟੀ ਜਿਹੀ ਟੁਕੜੀ ਨੇ 12 ਸਤੰਬਰ 1897 ਨੂੰ ਉੱਤਰ ਪੱਛਮੀ ਸਰਹੱਦ ਉੱਤੇ ਸਥਿਤ ਸਾਰਾਗੜ੍ਹੀ ਦੇ ਥਾਂ ਤੇ 10,000 ਤੋਂ ਵੱਧ ਅਫਗਾਨ ਕਬਾਇਲੀਆਂ ਨੂੰ ਧੂਲ ਚਟਾ ਦਿੱਤੀ ਸੀ। ਸਾਰਾਗੜ੍ਹੀ ਦੇ ਬਹਾਦਰ ਯੋਧੇ ਗਿਣਤੀ ਵਿੱਚ ਕੇਵਲ 21 ਹੀ ਸਨ ਜੋ 36ਵੀਂ ਸਿੱਖ ਪਲਟਨ ਨਾਲ ਸੰਬੰਧਿਤ ਸਨ ਤੇ ਉਸ ਪਲਟਨ ਦਾ ਨਾਮ ਉਸ ਤੋਂ ਬਾਅਦ ਬਦਲ ਕੇ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਦੀ 4ਥੀ ਬਟਾਲੀਅਨ ਰੱਖ ਦਿੱਤਾ ਗਿਆ ਸੀ। ਯੂਐਨਓ ਦੀ ਸੱਭਿਆਚਾਰ ਅਤੇ ਵਿੱਦਿਆ ਦੇ ਪ੍ਰਸਾਰ ਲਈ ਬਣੀ ਸੰਸਥਾ ਯੂਨੈਸਕੋ ਨੇ ਸਾਰਾਗੜ੍ਹੀ ਦੀ ਇਤਿਹਾਸਿਕ ਲੜਾਈ ਨੂੰ ਦੁਨੀਆ ਭਰ ਦੀਆਂ 8 ਵਿਲੱਖਣ ਲੜਾਈਆਂ ਦੇ ਵਿੱਚ ਸ਼ਾਮਲ ਕੀਤਾ ਅਤੇ ਇਸ ਘਟਨਾ ਨੂੰ ਦੁਨੀਆ ਦੀਆਂ 5 ਅਤਿ ਮਹੱਤਵਪੂਰਨ ਘਟਨਾਵਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸਾਰਾਗੜ੍ਹੀ ਦੀ 124ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਫਿਰੋਜ਼ਪੁਰ ਦੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਵਿਸ਼ੇਸ਼ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਦਰਮਿਆਨ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਗਾਇਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਅਸੀਂ ਬੜਾ ਸੁਨਹਿਰੀ ਦਿਨ ਮਨਾ ਰਹੇ ਹਾਂ। ਸ਼ਹੀਦਾਂ ਨੂੰ ਨਤਮਸਤਕ ਹੋਣ ਤੋਂ ਬਾਅਦ ਆਪਣੇ ਸੰਬੋਧਨ ਦੇ ਵਿੱਚ ਮੁੱਖ ਮੰਤਰੀ ਨੇ ਸਮਾਣਾ ਚੋਟੀ, ਜਿਹੜੀ ਕਿ ਹੁਣ ਪਾਕਿਸਤਾਨ ਦਾ ਨਾਰਥ ਵੈਸਟ ਫਰੰਟੀਅਰ ਸੂਬਾ ਹੈ, ਉਸ ਦੇ ਨੇੜੇ ਤੈਨਾਤ 36 ਸਿੱਖ ਰੈਜੀਮੈਂਟ ਦੇ 22 ਮਹਾਨ ਫੌਜੀਆਂ ਨੂੰ ਯਾਦ ਕੀਤਾ। 21 ਉਹਨਾਂ ਦੇ ਵਿੱਚੋਂ ਜੰਗ ਲੜਨ ਵਾਲੇ ਸਨ ਅਤੇ 22ਵਾਂ ਜਿਹੜਾ ਰਸੋਈਆ ਸੀ, ਇਸ ਕਰਕੇ 22 ਮੰਨਿਆ ਗਿਆ, ਜਿਨ੍ਹਾਂ ਨੇ 12 ਸਤੰਬਰ 1897 ਨੂੰ 10,000 ਅਫਗਾਨੀਆਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਕਮਸਾਨ ਯੁੱਧ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸੀ। 12 ਸਤੰਬਰ ਨੂੰ ਸਵੇਰੇ 9 ਵਜੇ ਤੋਂ ਬਾਅਦ ਸਾਰਾਗੜ੍ਹੀ ਦੀ ਲੜਾਈ ਦਾ ਕਿਵੇਂ ਮੁੱਢ ਬੱਝਿਆ, ਇਸ ਬਾਰੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਲੜਾਈ ਅੱਧ ਦੁਪਹਿਰ ਤੱਕ ਜਾਰੀ ਰਹੀ ਅਤੇ ਹਰ ਸਿੱਖ ਸਿਪਾਹੀ ਨੇ 400 ਤੋਂ 500 ਗੋਲੀਆਂ ਦਾਗੀਆਂ। ਮੁੱਖ ਮੰਤਰੀ ਨੇ ਅੱਗੇ ਵੀ ਦੱਸਿਆ ਕਿ ਵੱਡੀ ਗਿਣਤੀ ਵਿੱਚ ਕਬਾਇਲੀ ਪਠਾਣਾਂ ਕਰਕੇ ਘੇਰਾਬੰਦੀ ਕੀਤੇ ਗਏ ਫੌਜੀਆਂ ਨੂੰ ਸਹਾਇਤਾ ਦੇਣ ਦੇ ਸਾਰੇ ਯਤਨ ਅਸਫਲ ਰਹੇ ਸੀ ਤੇ ਉਹਨਾਂ ਫੌਜੀਆਂ ਨੇ ਆਪਣੇ ਦਮ ਤੇ ਇਹ ਲੜਾਈ ਲੜੀ ਸੀ। ਅਖੀਰ ਵਿੱਚ ਸਿਪਾਹੀ ਗੁਰਮੁਖ ਸਿੰਘ ਨੇ ਕਰਨਲ ਹਾਫਟਨ ਨੂੰ ਆਖਰੀ ਸੰਕੇਤ ਭੇਜਿਆ ਤੇ ਲੜਨ ਲਈ ਬੰਦੂਕ ਚੱਕ ਲਈ ਸੀ। ਕਿਸੇ ਵੀ ਸਾਡੇ ਫੌਜੀ ਨੇ ਆਤਮ ਸਮਰਪਣ ਨਹੀਂ ਕੀਤਾ। ਸਾਰੇ ਇੱਕ ਇੱਕ ਕਰਕੇ ਸ਼ਹੀਦ ਹੋ ਗਏ ਤੇ ਇਸ ਜੰਗ ਨੂੰ ਜਿੱਤ ਗਏ। ਜਿੱਥੇ ਪਠਾਣਾਂ ਦਾ ਏਰੀਆ ਹੈ, ਅਫਗਾਨਿਸਤਾਨ ਔਰ ਹਿੰਦੁਸਤਾਨ ਦੇ ਦਰਮਿਆਨ ਸੀ ਉਸ ਜ਼ਮਾਨੇ 'ਚ, ਔਰ ਉਹ ਪਠਾਨ ਏਰੀਆ ਉਸ ਦੇ ਉੱਪਰ ਬਹੁਤ ਪਠਾਣਾਂ ਦੇ ਪਿੰਡ ਸੇ, ਕਈ ਸਾਡੇ ਕਿਲੇ ਬਣੇ ਹੋਏ ਸੀ ਉੱਥੇ। ਗਵਰਨਮੈਂਟ ਆਫ ਇੰਡੀਆ ਨੇ ਇੱਕ ਫੋਰਸ ਭੇਜੀ ਜਨਰਲ ਲੌਕਹਾਰਟ ਦੇ ਅਧੀਨ ਕਿ ਜਾ ਕੇ ਉਹਨਾਂ ਨੂੰ ਕਾਬੂ ਕਰੋ ਉੱਥੇ, ਔਰ ਉਹ ਫੋਰਸ 4 ਕਾਲਮਾਂ 'ਚ ਗਈ ਕਿ ਉੱਧਰਲੇ ਪਾਸਿਓਂ ਬੜੇ ਇਕੱਠੇ ਹੋ ਰਹੇ ਨੇ ਅਫਰੀਦੀ ਔਰ ਕਜ਼ਾਈ। ਉਹਨਾਂ ਨੇ ਫਿਰ ਫੋਰਸ ਸਿੱਖ ਨੂੰ ਇੱਥੇ ਭੇਜਿਆ ਔਰ ਦੋਨੋਂ ਕੋਈ 165 ਜਵਾਨ ਸੇ ਮੇਜਰ ਡੇਵੂ ਦੇ ਕੋਲ ਗੋਲਿਸਤਾਨ 'ਚ, ਬਾਕੀ ਕਰਨਲ ਹੌਟਨ ਜੋ ਉਹਨਾਂ ਦੇ ਕਮਾਂਡਿੰਗ ਆਫਿਸਰ ਸੇ ਉਹ ਲੌਕਹਾਰਟ ਦੇ ਵਿੱਚ ਸੇ, ਔਰ ਕਰਨਲ ਹੌਟਨ ਨੇ ਹੌਲਦਾਰ ਈਸ਼ਰ ਸਿੰਘ ਨੂੰ ਔਰ 22 ਬੰਦੇ ਭੇਜੇ, 21 ਆਪਣੀ ਪਲਟਨ ਦੇ ਜਵਾਨ ਔਰ ਇੱਕ ਉਹਨਾਂ ਦਾ NCE ਨਾਨ ਕੰਬੈਟੈਂਟ ਇਨਰੋਲਡ ਜਿਹੜਾ ਉਹਨਾਂ ਦਾ ਲੰਗਰ ਚਲਾ ਰਿਹਾ ਸੀਗਾ, ਉਹਦਾ ਨਾਮ ਸੀ ਸਿਪਾਹੀ ਦਾਦ। ਸੋ ਇਹ ਉੱਥੇ ਸੀ ਜਦੋਂ ਸਵੇਰੇ ਦਾ ਵੇਲਾ ਆਇਆ। ਜਦੋਂ 12 ਸਤੰਬਰ ਨੂੰ ਅੱਜ ਦੇ ਦਿਨ ਸਵੇਰੇ 9 ਵਜੇ ਤੇ ਥੋੜ੍ਹਾ ਪਹਿਲਾਂ ਇੱਕ ਚਿੱਟੀ ਝੰਡੀ ਦੇ ਹੇਠ ਆਇਆ ਪਠਾਨ ਲੀਡਰ ਔਰ ਕਹਿੰਦਾ ਤੁਸੀਂ ਇਹ ਖਾਲੀ ਕਰੋ, ਤੇ ਈਸ਼ਰ ਸਿੰਘ ਨੇ ਉਹਨੂੰ ਭਜਾਤਾ ਉੱਥੋਂ ਠੇਠ ਪੰਜਾਬੀ 'ਚ, ਔਰ ਉਹਨਾਂ ਨੇ ਭਜਾਤਾ ਕਿ ਮੈਂ ਤਾਂ ਆਪਣੀ ਪਲਟਨ ਦੇ ਨਾਲ ਹੀ ਰਹੂੰਗਾ, ਔਰ ਉਹ ਚਲੇ ਗਏ। ਔਰ ਫਿਰ 9 ਵਜੇ ਦੇ ਕਰੀਬ ਪਹਿਲਾ ਹਮਲਾ ਹੋਇਆ। ਔਰ ਇਹਨਾਂ ਨੇ ਜਦੋਂ ਘੇਰਾ ਪੈ ਰਿਹਾ ਸੀ, ਘੇਰਾ ਪੂਰੀ ਤਰਫ ਤੋਂ, ਹਵਲਦਾਰ ਈਸ਼ਰ ਸਿੰਘ ਨੇ ਇੱਕ ਸਿਗਨਲ ਭੇਜਿਆ। ਸਿਗਨਲਰ ਸੀ ਸਿਪਾਹੀ ਗੁਰਮੁਖ ਸਿੰਘ, ਉਹਦੇ ਰਾਹੀਂ ਕਿ ਅਸੀਂ ਘੇਰੇ 'ਚ ਆ ਰਹੇ ਹਾਂ, ਤੁਸੀਂ ਹੁਕਮ ਦਿਓ।
हुक्म दिता कि तू अपनी पोजीशन होल्ड कर और तू हिलना नहीं उत्थों। और उन्हें फिर पता लग गया कि हुण तां मेरा अंतिम दिन आ गए ने। उन्हें अपनी डिफेंस जो कुछ कर सकता सी उहदे विच अपने अपने जवानों नूं सारिਆਂ नूं लाया और वो जंग शुरू होया 9 बजे और 3:45 बजे तक ये जंग चलिया। एमिनेशन इन्हां कोल इन्ना ज़्यादा नहीं सी, 100 राउंड से पाउच एमिनेशन और 400 राउंड पर पर्सन एक बंदे दे वास्ते प्लटून रिजर्व सी। और इन्हां ने 500 राउंड एक जवान दे कोल सी और वो जदों 12-1 बजे के करीब कहा कि साडा एमिनेशन घट रहा है, तुसीं सानूं कोई हैल्प भेजो, एमिनेशन भेजो। कोशिश की कर्नल हॉटन ने 2-3 बार बंदिਆਂ ਨੂੰ ਭੇਜਣ ਦੀ, लेकिन पहुंच नहीं सके। घेरा बड़ा इन्हां दा पिया होया सी और रज़ाइयां दा और अफरीदियां दा। ਸਾਰਾਗੜ੍ਹੀ ਦੀ ਜੰਗ ਨੂੰ ਸਮਰਪਿਤ ਇੰਗਲੈਂਡ ਦੇ ਵੈਂਸਫੀਲਡ ਦੇ ਕੌਂਸਲਰ ਭੁਪਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਦੇ ਸਦਕਾ ਸਾਰਾਗੜ੍ਹੀ ਦੀ ਲੜਾਈ ਦੇ ਮੁੱਖ ਨਾਇਕ ਹਵਾਲਦਾਰ ਈਸ਼ਰ ਸਿੰਘ ਦਾ 9 ਫੁੱਟ ਦਾ ਕਾਂਸੇ ਦਾ ਬੁੱਤ ਸਿੱਖ ਫੌਜੀਆਂ ਦੀ ਬਹਾਦਰੀ ਦੇ ਸਮਾਰਕ ਵਜੋਂ ਇੰਗਲੈਂਡ ਦੇ ਵੈਂਸਫੀਲਡ ਦੇ ਵਿੱਚ ਲੋਕਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਪ੍ਰੋਗਰਾਮ ਹੈ ਜਿਹੜਾ ਉਹ ਉਲੀਕਿਆ ਗਿਆ। ਇਸ ਵਿੱਚ ਸ਼ਾਮਿਲ ਹੋਣ ਦੇ ਲਈ ਖਾਸ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਅਮਰੀਕਾ ਤੋਂ ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਅਤੇ ਭਾਰਤ ਤੋਂ ਇਸ ਸੰਸਥਾ ਦੇ ਵਾਈਸ ਪ੍ਰਧਾਨ ਗੁਰਭੇਜ ਸਿੰਘ ਟਿੱਬੀ ਤੋਂ ਇਲਾਵਾ ਸ਼ਹੀਦ ਨਾਇਕ ਲਾਲ ਸਿੰਘ, ਸ਼ਹੀਦ ਹਵਾਲਦਾਰ ਈਸ਼ਰ ਸਿੰਘ ਅਤੇ ਸ਼ਹੀਦ ਬਖਤੌਰ ਸਿੰਘ ਦੇ ਪਰਿਵਾਰਾਂ ਨੂੰ ਵੀ ਖਾਸ ਤੌਰ ਤੇ ਇੰਗਲੈਂਡ ਸੱਦਿਆ ਗਿਆ। ਗੁਰੂ ਨਾਨਕ ਸਿੱਖ ਗੁਰਦੁਆਰਾ ਵੈਂਸਫੀਲਡ ਅਤੇ ਕੌਂਸਲ ਵੱਲੋਂ ਬੁੱਤ ਸਥਾਪਿਤ ਕਰਨ ਦੇ ਲਈ ਤਕਰੀਬਨ 1 ਲੱਖ ਪਾਉਂਡ ਦਾ ਫੰਡ ਇਕੱਠਾ ਕੀਤਾ ਗਿਆ। ਵੁਲਵਰਹੈਂਪਟਨ ਕੌਂਸਲ ਦੇ ਵੱਲੋਂ ਪਿਛਲੇ ਸਾਲ ਇਸ ਯਾਦਗਾਰ ਦੇ ਲਈ 99 ਸਾਲਾਂ ਲਈ ਜ਼ਮੀਨ ਲੀਜ਼ ਤੇ ਦਿੱਤੀ ਗਈ। ਈਸ਼ਰ ਸਿੰਘ ਦਾ ਕਾਂਸੇ ਦਾ 9 ਫੁੱਟਾ ਬੁੱਤ ਬਲੈਕ ਕੰਟਰੀ ਦੇ ਆਰਟਿਸਟ ਲਿਊਕ ਪੈਰੀ ਦੇ ਵੱਲੋਂ ਤਿਆਰ ਕੀਤਾ ਗਿਆ। ਇਸ ਯਾਦਗਾਰ ਦਾ ਉਦਘਾਟਨ ਇੰਗਲੈਂਡ ਦੇ ਸਮੇਂ ਮੁਤਾਬਿਕ 12 ਸਤੰਬਰ 2021 ਨੂੰ ਕਰ ਦਿੱਤਾ ਗਿਆ। ਇਸ ਯਾਦਗਾਰ ਦੀ ਸਥਾਪਤੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਹੈ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਵੁਲਵਰਹੈਂਪਟਨ ਯੂਕੇ ਦੇ ਵਿੱਚ ਹਵਾਲਦਾਰ ਈਸ਼ਰ ਸਿੰਘ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ। ਔਰ ਅੱਜ ਖੁਸ਼ੀ ਮੈਂ ਅੱਜ ਅਖਬਾਰ 'ਚ ਪੜ੍ਹਿਆ ਕਿ ਯੂਕੇ ਵਿੱਚ ਵੁਲਵਰਹੈਂਪਟਨ ਵਿੱਚ ਇੱਕ ਹੌਲਦਾਰ ਈਸ਼ਰ ਸਿੰਘ ਦਾ ਉੱਥੇ ਸਟੈਚੂ ਬਣਾ ਰਹੇ ਨੇ ਔਰ ਉਹ ਕੁਛ ਤਾਂ ਸੰਗਤ ਨੇ ਪੈਸੇ ਕੀਤੇ ਨੇ, ਕੁਛ ਵੁਲਵਰਹੈਂਪਟਨ ਦੀ ਜਿਹੜੀ ਕਾਰਪੋਰੇਸ਼ਨ ਹੈ ਉਹਨਾਂ ਨੇ ਪੈਸੇ ਦਿੱਤੇ ਨੇ ਔਰ ਅੱਜ ਦੇ ਦਿਨ ਉਹਨੂੰ ਵੀ ਉਹ ਯਾਦਗਾਰ ਨੂੰ ਸਾਰੀ ਦੁਨੀਆ ਦੇ ਸਾਹਮਣੇ ਰੱਖਿਆ ਜਾਵੇਗਾ। ਤੋ ਇਹ ਯਾਦਗਾਰਾਂ ਸਿੰਘਾਂ ਦੀਆਂ ਔਰ ਬਹਾਦਰਾਂ ਦੀਆਂ, ਚਾਹੇ ਕੋਈ ਵੀ ਹੋਣ, ਹਿੰਦੁਸਤਾਨ ਦੀ ਫੌਜ ਦੇ ਨੇ, ਸਾਡੇ ਲੋਕ ਨੇ ਔਰ ਮੈਨੂੰ ਖੁਸ਼ਕਨਸੀਬੀ ਕਿ ਮੇਰੀ ਰੈਜੀਮੈਂਟ ਦੇ ਨੇ ਔਰ ਕਿ ਮੈਂ ਅੱਜ ਇਸ ਦਿਨ 'ਚ ਤੁਹਾਡੇ ਨਾਲ ਹੋ ਸਕਿਆ। ਭਾਰਤ ਦੇ ਵਿੱਚ ਖਰਾਬ ਮੌਸਮ ਕਰਕੇ ਹਰ ਦਿਨ ਰੋਜ਼ਾਨਾ 8 ਮੌਤਾਂ ਹੋ ਰਹੀਆਂ ਨੇ। ਜ਼ਿਆਦਾਤਰ ਮੌਤਾਂ ਭਾਰੀ ਮੀਂਹ, ਅਸਮਾਨੀ ਬਿਜਲੀ, ਲੂ ਤੂਫਾਨ, ਸੀਤ ਲਹਿਰ ਅਤੇ ਧੂੜ ਭਰੀ ਹਨੇਰੀ ਦੇ ਨਾਲ ਹੋਈਆਂ ਨੇ। ਭਾਰਤੀ ਮੌਸਮ ਵਿਭਾਗ ਦੇ 2010 ਅਤੇ 2021 ਮੱਧ ਤੱਕ ਦੇ ਅੰਕੜਿਆਂ ਦੇ ਵਿੱਚ ਇਸ ਦਾ ਖੁਲਾਸਾ ਹੋਇਆ। ਰਿਪੋਰਟ ਮੁਤਾਬਿਕ ਲੰਘੇ 11.5 ਸਾਲਾਂ ਦੇ ਵਿੱਚ ਖਰਾਬ ਮੌਸਮ ਦੇ ਕਾਰਨ 32,043 ਮੌਤਾਂ ਹੋਈਆਂ ਨੇ। ਮੌਸਮ ਦੀ ਜੇ ਗੱਲ ਕਰ ਲਈਏ ਤਾਂ ਐਤਵਾਰ ਨੂੰ ਪੰਜਾਬ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ, ਸਿਟੀ ਬਿਊਟੀਫੁਲ ਚੰਡੀਗੜ੍ਹ ਸਮੇਤ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪਿਆ ਹੈ। ਮੋਹਾਲੀ ਦੇ ਵਿੱਚ ਤਾਂ ਲਗਾਤਾਰ 7-8 ਘੰਟੇ ਮੀਂਹ ਦੀ ਝੜੀ ਲੱਗੀ ਰਹੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਜਿਹੇ ਹਾਲਾਤ ਨੇ ਜਿਹੜੇ ਉਹ ਦੇਖਣ ਨੂੰ ਮਿਲੇ ਨੇ। ਦਿੱਲੀ NCR ਦੇ ਵਿੱਚ ਵੀ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਭਾਰੀ ਮੀਂਹ ਕਾਰਨ ਜਿਹੜਾ ਹੈਗਾ ਗੋਡਿਆਂ ਤੱਕ ਪਾਣੀ ਭਰ ਗਿਆ ਸੀ ਤੇ ਐਤਵਾਰ ਨੂੰ ਪੰਜਾਬ ਤੇ ਹਰਿਆਣਾ 'ਚ ਵੀ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਨਾਲ ਜਲ ਥਲ ਦੇਖਿਆ ਗਿਆ। ਪੰਜਾਬ ਦੇ ਹੀ ਨਹੀਂ ਦੇਸ਼ ਦੇ ਹਰ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਰਕੇ ਕਈ ਫੁੱਟ ਪਾਣੀ ਜਦੋਂ ਵੀ ਮੀਂਹ ਪੈਂਦਾ ਉਦੋਂ ਹਰ ਥਾਂ ਤੇ ਭਰ ਜਾਂਦਾ ਹੈ ਤੇ ਲੋਕ ਪਾਣੀ ਦੇ ਵਿੱਚੋਂ ਲੰਘ ਕੇ ਹੀ ਆਪਣੇ ਕੰਮਾਂ ਕਾਰਾਂ ਵੱਲ ਨੂੰ ਜਾਂਦੇ ਨੇ ਤੇ ਪਾਣੀ ਵਿੱਚ ਦੀ ਤੈਰਦੇ ਹੀ ਫਿਰ ਵਾਪਸ ਘਰਾਂ ਨੂੰ ਆਉਂਦੇ ਨੇ। ਭਾਰਤੀ ਮੌਸਮ ਵਿਭਾਗ ਨੇ ਐਤਵਾਰ ਦੇ ਦਿਨ ਲਈ ਵੀ ਦਿੱਲੀ ਸਮੇਤ ਪੰਜਾਬ ਹਰਿਆਣਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ ਤੇ ਉਸੇ ਤਰ੍ਹਾਂ ਭਵਿੱਖਬਾਣੀ ਹੈ ਜਿਹੜੀ ਉਹ ਸਹੀ ਸਾਬਿਤ ਹੋਈ ਹੈ। ਭਾਰਤੀ ਮੌਸਮ ਵਿਭਾਗ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ 17 ਤੇ 18 ਸਤੰਬਰ ਨੂੰ ਦਿੱਲੀ ਵਿੱਚ ਮੁੜ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਅਗਲੇ 3 ਤੋਂ 4 ਦਿਨਾਂ ਦੇ ਵਿੱਚ ਮੁੰਬਈ, ਕੋਂਕਣ ਇਲਾਕਾ ਤੇ ਪੱਛਮੀ ਮਹਾਰਾਸ਼ਟਰ ਦੇ ਵਿੱਚ ਵੀ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਦੇ ਵਿੱਚ ਜਿਹੜਾ ਭਾਰੀ ਮੀਂਹ ਪਿਆ ਹੈ ਉਸਨੇ ਤਰਨਤਾਰਨ ਸਰਹੱਦੀ ਜ਼ਿਲ੍ਹੇ ਦੇ ਵਿੱਚ ਵੀ ਕਾਫੀ ਜਿਹੜਾ ਤਰਥੱਲੀ ਮਚਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਨਤਾਰਨ ਦੇ DC ਨੂੰ ਭਾਰੀ ਮੀਂਹ ਕਾਰਨ ਪਿੰਡਾਂ ਵਿੱਚ ਪਾਣੀ ਖੜ ਜਾਣ ਕਾਰਨ ਫਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦਾ ਪਤਾ ਲਾਉਣ ਦੇ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਾਉਣ ਦੇ ਹੁਕਮ ਦਿੱਤੇ ਨੇ। ਕੈਪਟਨ ਨੇ ਪ੍ਰਮੁੱਖ ਸਕੱਤਰ ਜਲ ਸਰੋਤ ਨੂੰ ਹੁਕਮ ਦਿੱਤੇ ਨੇ ਕਿ ਵਿਭਾਗ ਅਤੇ ਇਸ ਦੇ ਡਰੇਨੇਜ ਵਿੰਗ ਦੇ ਸੀਨੀਅਰ ਅਧਿਕਾਰੀਆਂ ਦੀ ਉੱਚ ਪੱਧਰੀ ਟੀਮ ਨੂੰ ਤੁਰੰਤ ਮੌਕੇ ਤੇ ਭੇਜ ਕੇ ਪੱਟੀ ਤਹਿਸੀਲ ਦੇ ਖੇਮਕਰਨ ਇਲਾਕੇ ਦੇ ਕੁਝ ਪਿੰਡਾਂ ਦੇ ਵਿੱਚ
ਲੋੜੀਂਦੀ ਮਸ਼ੀਨਰੀ ਅਤੇ ਵਿਭਾਗੀ ਅਮਲੇ ਦੀਆਂ ਸੇਵਾਵਾਂ ਲੈਂਦੇ ਹੋਏ ਤੁਰੰਤ ਪਾਣੀ ਦੀ ਨਿਕਾਸੀ ਕਰਨੀ ਚਾਹੀਦੀ ਹੈ। ਉਹਨਾਂ ਨੇ ਟੀਮ ਨੂੰ ਇਹ ਵੀ ਹਦਾਇਤ ਕੀਤੀ ਕਿ ਨਾਜ਼ੁਕ ਇਲਾਕਿਆਂ ਦੇ ਵਿੱਚ ਪਹਿਲ ਦੇ ਆਧਾਰ ਤੇ ਹੜ੍ਹ ਰੱਖਿਆ ਕਾਰਜਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਇਸ ਇਲਾਕੇ ਵਿੱਚ ਲਗਾਤਾਰ ਮੀਂਹ ਪੈਂਦਾ ਹੈ ਤਾਂ ਅਜਿਹੀਆਂ ਘਟਨਾਵਾਂ ਨੂੰ ਮੁੜ ਵਾਪਰਨ ਤੋਂ ਰੋਕਿਆ ਜਾਵੇ। ਮੁੱਖ ਮੰਤਰੀ ਨੇ ਤਰਨਤਾਰਨ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਹੁਕਮ ਦਿੱਤੇ ਨੇ ਕਿ ਉਹ ਆਪਣੀਆਂ ਰਾਹਤ ਅਤੇ ਮੁੜ ਵਸੇਬਾ ਟੀਮਾਂ ਨੂੰ ਭਾਰੀ ਮੀਂਹ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੇ ਲਈ ਤਿਆਰ ਰੱਖਣ। ਸੋ ਤਰਨਤਾਰਨ ਦੇ ਵਿੱਚ ਗਿਰਦੌਰੀ ਦੇ ਹੁਕਮ ਦੇ ਦਿੱਤੇ ਗਏ ਨੇ ਕਿਉਂਕਿ ਇੱਥੇ ਫਸਲਾਂ ਦਾ ਵੀ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਤਰਨਤਾਰਨ ਦੇ ਪਿੰਡ ਗਜ਼ਲ ਦੇ ਬਾਹਰਵਾਰ ਡਿਫੈਂਸ ਡਰੇਨ ਤੇ ਬਣਿਆ ਆਰਜ਼ੀ ਪੁਲ ਮੀਂਹ ਦਾ ਪਾਣੀ ਜ਼ਿਆਦਾ ਛੱਡੇ ਜਾਣ ਕਾਰਨ ਰੁੜ ਗਿਆ ਹੈ। ਇਸ ਦੇ ਨਾਲ ਬੈਕਾ ਤੇ ਰਹਿ ਰਹੇ 20 ਤੋਂ 25 ਘਰਾਂ ਦਾ ਸੰਪਰਕ ਹੈ ਜਿਹੜਾ ਉਹ ਪਿੰਡ ਨਾਲੋਂ ਟੁੱਟ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਲਗਭਗ 20 ਸਾਲ ਪਹਿਲਾਂ ਡੀਸੀ ਕੋਲੋਂ ਮਨਜ਼ੂਰੀ ਲੈ ਕੇ ਪਿੰਡ ਨਿਵਾਸੀਆਂ ਨੇ ਬੋਰੇ ਪਾ ਕੇ ਇਹ ਪੁਲ ਬਣਾਇਆ ਸੀ ਤੇ ਹੁਣ ਇਹਨਾਂ ਲੋਕਾਂ ਦਾ ਜਿਹੜਾ ਪੁਲ ਦੇ ਨਾਲੋਂ ਸੰਪਰਕ ਟੁੱਟ ਗਿਆ ਹੈ। ਉਹਨਾਂ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਕੋਈ ਅਮਲ ਹੋਵੇਗਾ, ਇਹਨਾਂ ਦੀ ਮਦਦ ਕੀਤੀ ਜਾਵੇਗੀ। ਇਹ ਵੀ ਦੇਖਣਾ ਅਹਿਮ ਰਹੇਗਾ ਕਿਉਂਕਿ ਤੁਰੰਤ ਮਦਦ ਦੇ ਵਿੱਚ ਇਹ ਵੀ ਆਉਂਦਾ ਹੈ। ਮੀਂਹ ਦੀ ਇੱਕ ਹੋਰ ਤਸਵੀਰ ਤੁਹਾਨੂੰ ਗਾਜ਼ੀਪੁਰ ਬਾਰਡਰ ਤੋਂ ਦਿਖਾ ਦਿੰਦੇ ਹਾਂ ਜਿੱਥੇ ਪਿਛਲੇ 9 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਕਿਸਾਨਾਂ ਦਾ ਪੱਕਾ ਮੋਰਚਾ ਜਾਰੀ ਹੈ। ਦਿੱਲੀ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਬਾਰਡਰ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਨੇ। ਉਹਨਾਂ ਦੇ ਵਿੱਚ ਕਿਸਾਨ ਲੀਡਰ ਰਾਕੇਸ਼ ਟਿਕੈਤ ਮੀਂਹ ਦੇ ਪਾਣੀ ਵਿੱਚ ਹੀ ਧਰਨੇ ਤੇ ਬੈਠੇ ਦਿਖਾਈ ਦੇ ਰਹੇ ਨੇ। ਮੀਂਹ ਦੇ ਬਾਵਜੂਦ ਵੀ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਗੋਡੇ-ਗੋਡੇ ਪਾਣੀ ਦੇ ਵਿਚਾਲੇ ਕਿਸਾਨ ਧਰਨੇ ਤੇ ਡਟੇ ਹੋਏ ਨੇ। ਲੋਕ ਸੋਸ਼ਲ ਮੀਡੀਆ ਤੇ ਗਾਜ਼ੀਪੁਰ ਸਰਹੱਦ ਤੋਂ ਆਈਆਂ ਤਸਵੀਰਾਂ ਨੂੰ ਧੜਾਧੜ ਸਾਂਝਾ ਕਰ ਰਹੇ ਨੇ। ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਆਪਣੇ ਸਾਥੀਆਂ ਦੇ ਨਾਲ ਕੇਂਦਰ ਦੇ 3 ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਪਾਣੀ ਦੇ ਵਿੱਚ ਸੜਕ ਉੱਤੇ ਬੈਠੇ ਦਿਖਾਈ ਦੇ ਰਹੇ ਨੇ। ਇਸ ਦਰਮਿਆਨ ਸੋਸ਼ਲ ਮੀਡੀਆ ਤੇ ਲੋਕਾਂ ਦੇ ਵੱਲੋਂ ਸਰਕਾਰ ਨੂੰ ਸੁਨੇਹੇ ਵੀ ਭੇਜੇ ਜਾ ਰਹੇ ਨੇ ਕਿ ਜਿਹੜੇ ਲੋਕ ਇਹ ਤੰਜ ਕੱਸਦੇ ਨੇ ਕਿ ਕਿਸਾਨ ਲੀਡਰ ਨੇ ਜਿਹੜੇ ਉਹ ਗੱਡੀਆਂ ਦੇ ਵਿੱਚ ਘੁੰਮਦੇ ਰਹਿੰਦੇ ਨੇ, ਉਹ ਇਹ ਵੀ ਦੇਖ ਲੈਣ ਕਿ ਜੇ ਉਹ ਮੋਰਚੇ ਵਾਲੀਆਂ ਥਾਵਾਂ ਤੇ ਬਣੇ ਤੰਬੂਆਂ ਦੇ ਵਿੱਚ ਏਸੀ ਲਾ ਕੇ ਬਹਿੰਦੇ ਨੇ ਤਾਂ ਉਹਨਾਂ ਨੂੰ ਸੜਕਾਂ ਤੇ ਵੀ ਬਹਿਣਾ ਪੈਂਦਾ। ਜਦੋਂ ਮੀਂਹ ਕਾਰਨ ਉਹ ਤੰਬੂ ਪਾਣੀਓ ਪਾਣੀ ਹੋ ਜਾਂਦੇ ਨੇ, ਸਾਰਾ ਕੁਝ ਖਰਾਬ ਹੋ ਜਾਂਦਾ ਹੈ ਤੇ ਉਹਨਾਂ ਨੂੰ ਫਿਰ ਸੜਕਾਂ ਦੇ ਉੱਤੇ ਮੋਰਚਾ ਕੱਢਣਾ ਪੈਂਦਾ ਤੇ ਕਿਸਾਨ ਇਸ ਤਰ੍ਹਾਂ ਮੀਂਹ ਦੇ ਪਾਣੀ ਦੇ ਵਿੱਚ ਵੀ ਬਹਿੰਦੇ ਨੇ। ਸੁਪਰੀਮ ਕੋਰਟ ਨੇ ਇੱਕ ਨਵਾਂ ਹੁਕਮ ਸੁਣਾਇਆ ਹੈ ਮੁਲਾਜ਼ਮਾਂ ਦੀ ਬਦਲੀ ਨੂੰ ਲੈ ਕੇ। ਅਦਾਲਤ ਨੇ ਕਿਹਾ ਕਿ ਕੋਈ ਵੀ ਕਰਮਚਾਰੀ ਕਿਸੇ ਖਾਸ ਥਾਂ ਤੇ ਬਦਲੀ ਲਈ ਜ਼ੋਰ ਨਹੀਂ ਦੇ ਸਕਦਾ ਤੇ ਮਾਲਕ ਨੂੰ ਕਰਮਚਾਰੀ ਦਾ ਆਪਣੀ ਲੋੜ ਮੁਤਾਬਿਕ ਤਬਾਦਲਾ ਕਰਨ ਦਾ ਅਧਿਕਾਰ ਹੈ। ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ ਅਕਤੂਬਰ 2017 ਦੇ ਹੁਕਮ ਨੂੰ ਚੁਣੌਤੀ ਦੇਣ ਵਾਲੇ ਲੈਕਚਰਾਰ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਇਹ ਫੈਸਲਾ ਸੁਣਾਇਆ। ਹਰਿਆਣਾ ਦੇ ਸਿਰਸਾ ਤੋਂ ਤੁਹਾਨੂੰ ਇੱਕ ਖਬਰ ਦੱਸਦੇ ਹਾਂ ਜਿੱਥੇ ਮਹਾ ਪੰਚਾਇਤ ਵਰਦੇ ਮੀਂਹ ਦੇ ਵਿੱਚ ਵੀ ਕਰਵਾਈ ਗਈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਿਰਸਾ ਦੀ ਦਾਣਾ ਮੰਡੀ ਦੇ ਵਿੱਚ ਐਤਵਾਰ ਨੂੰ ਕਿਸਾਨ ਮਹਾ ਪੰਚਾਇਤ ਹੋਈ ਜਿਸ ਵਿੱਚ ਵਰਦੇ ਮੀਂਹ ਦੇ ਵਿੱਚ ਵੀ ਹਜ਼ਾਰਾਂ ਕਿਸਾਨਾਂ ਨੇ ਸ਼ਿਰਕਤ ਕੀਤੀ। ਮਹਾ ਪੰਚਾਇਤ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਲੀਡਰਾਂ ਨੇ ਕੇਂਦਰ ਤੇ ਹਰਿਆਣਾ ਦੀ ਬੀਜੇਪੀ ਜੇਜੇਪੀ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਮਹਾ ਪੰਚਾਇਤ ਦੇ ਵਿੱਚ ਸ਼ਾਮਲ ਕਿਸਾਨਾਂ ਨੇ ਅਹਿਦ ਲਿਆ ਕਿ ਜਦੋਂ ਤੱਕ 3 ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਤੇ ਐਮਐਸਪੀ ਲਈ ਕਾਨੂੰਨ ਨਹੀਂ ਬਣ ਜਾਂਦਾ ਉਦੋਂ ਤੱਕ ਇਹ ਅੰਦੋਲਨ ਨਾ ਸਿਰਫ ਜਾਰੀ ਰਹੇਗਾ ਬਲਕਿ ਇਸ ਨੂੰ ਹੋਰ ਜ਼ਿਆਦਾ ਤਿੱਖਾ ਕੀਤਾ ਜਾਵੇਗਾ। ਤੇ ਮੋਰਚੇ ਦੇ ਸੱਦੇ ਤੇ ਆਉਣ ਵਾਲੇ 27 ਸਤੰਬਰ ਨੂੰ ਭਾਰਤ ਬੰਦ ਨੂੰ ਸਫਲ ਬਣਾਉਣ ਦੇ ਲਈ ਵੀ ਕਿਸਾਨਾਂ ਦੇ ਵੱਲੋਂ ਦੇਸ਼ ਪੱਧਰ ਤੇ ਲਾਮਬੰਦੀ ਕੀਤੀ ਜਾ ਰਹੀ ਹੈ। ਤੇ ਸਿਰਸਾ ਵਾਲੀ ਮਹਾ ਪੰਚਾਇਤ ਦੇ ਵਿੱਚ ਵੀ ਕਿਸਾਨਾਂ ਦੇ ਨਾਲ-ਨਾਲ ਵਪਾਰੀਆਂ, ਨੌਜਵਾਨਾਂ ਤੇ ਵਿਦਿਆਰਥੀਆਂ ਨੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਲਈ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਅਗਲੀ ਖਬਰ ਵੀ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਪਰ ਥੋੜੀ ਚਿੰਤਾ ਵਾਲੀ ਖਬਰ ਹੈ ਕਿ ਕੀ ਰੈਲੀਆਂ ਕਰਵਾਉਣ ਦੇ ਮਸਲੇ ਤੇ ਕਿਸਾਨ ਲੀਡਰ ਆਪਸ ਵਿੱਚ ਦੋ ਫਾੜ ਹੋ ਸਕਦੇ ਨੇ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਪਸ਼ਟ ਐਲਾਨ ਕਰ ਦਿੱਤਾ ਹੈ ਕਿ ਸਾਡੀ ਜਥੇਬੰਦੀ ਸਿਰਫ ਬੀਜੇਪੀ ਦੀ ਸਿਆਸੀ ਸਰਗਰਮੀ ਦਾ ਵਿਰੋਧ ਕਰਦੀ ਹੈ ਤੇ ਕਰੇਗੀ ਪਰ ਬਾਕੀ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਦਾ ਅਸੀਂ ਵਿਰੋਧ ਨਹੀਂ ਕਰਾਂਗੇ। ਉਗਰਾਹਾਂ ਨੇ ਕਿਹਾ ਕਿ ਮੁੱਖ ਤੌਰ ਤੇ ਫੈਸਲਾ ਬੀਜੇਪੀ ਦੇ ਪ੍ਰੋਗਰਾਮਾਂ ਦਾ ਵਿਰੋਧ ਕਰਨ ਦਾ ਹੀ ਹੈ। ਕਹਿੰਦੇ ਬਾਕੀ ਜਥੇਬੰਦੀਆਂ ਨੇ 2 ਦਿਨ ਪਹਿਲਾਂ ਸਿਆਸੀ ਪਾਰਟੀਆਂ ਦੇ ਨਾਲ ਮੀਟਿੰਗ ਕਰਕੇ ਪ੍ਰੋਗਰਾਮਾਂ ਤੇ ਰੈਲੀਆਂ ਤੇ ਰੋਕ ਲਾਉਣ ਦਾ ਜਿਹੜਾ ਫੈਸਲਾ ਕੀਤਾ ਹੈ ਉਹ ਉਹਨਾਂ ਦੀ ਆਪਣੀ ਰਾਏ ਹੋ ਸਕਦੀ ਹੈ ਪਰ ਜਦੋਂ ਉਹਨਾਂ ਨੂੰ ਸਵਾਲ ਪੱਤਰਕਾਰਾਂ ਨੇ ਪੁੱਛਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਕੀ ਰਾਏ ਹੈ, ਕੀ ਚਰਚਾ ਹੋਈ ਹੈ ਤਾਂ ਉਗਰਾਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਿੱਚ ਸਿਰਫ ਕੌਮੀ ਪੱਧਰ ਦੇ ਮਸਲੇ ਵਿਚਾਰੇ ਜਾਂਦੇ ਨੇ, ਪੰਜਾਬ ਦੇ ਜਿਹੜੇ ਮਸਲੇ ਨੇ ਉਹ ਅਸੀਂ ਆਪਣੇ ਪੱਧਰ ਤੇ ਲੈਣੇ ਹੁੰਦੇ ਨੇ। ਉਗਰਾਹਾਂ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਡਾਕਟਰ ਦਰਸ਼ਨਪਾਲ ਸਮੇਤ ਹੋਰ ਲੀਡਰ ਵੀ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਸਿਰਫ ਬੀਜੇਪੀ ਲੀਡਰਾਂ ਦਾ ਹੀ ਵਿਰੋਧ ਹੋਣਾ ਚਾਹੀਦਾ ਪਰ ਜੇ ਪੰਜਾਬ ਦੀ ਅਸਲ ਹਕੀਕਤ ਜ਼ਮੀਨੀ ਪੱਧਰ ਦੇ ਹਾਲਾਤ ਜਾਣ ਲਈਏ ਤਾਂ ਅਜਿਹੇ ਜਿਹੜੇ ਫੈਸਲੇ ਕੀਤੇ ਜਾਂਦੇ ਨੇ ਕਿਸਾਨ ਲੀਡਰਾਂ ਦੇ ਵੱਲੋਂ ਉਹਨਾਂ ਨੂੰ ਕਿੰਨੇ ਕੁ ਵੱਡੇ ਤਰੀਕੇ ਦੇ ਨਾਲ ਮੰਨਿਆ ਜਾਂਦਾ ਹੈ ਜਾਂ ਫਿਰ ਨਹੀਂ ਮੰਨਿਆ ਜਾਂਦਾ ਉਹ ਹਕੀਕਤ ਦੇ ਵਿੱਚ ਦਿਖ ਹੀ ਜਾਂਦਾ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਕਿਸਾਨ ਲੀਡਰਾਂ ਨੇ ਕਈ ਵਾਰੀ ਰਾਜੇਵਾਲ ਨੇ ਵੀ ਕਿਹਾ ਕਿ ਸਿਰਫ ਬੀਜੇਪੀ ਦਾ ਵਿਰੋਧ ਕੀਤਾ ਜਾਵੇ, ਬਾਕੀਆਂ ਦਾ ਨਾ ਕੀਤਾ ਜਾਵੇ। ਉਦੋਂ ਵੀ ਕਿਸਾਨਾਂ ਨੇ ਉਹਨਾਂ ਦੇ ਇਸ ਅਪੀਲ ਨੂੰ ਰੱਦ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੇ ਦਿਖਾ ਦਿੱਤਾ ਸੀ ਕਿ ਜਿਹੜੇ ਵੀ ਲੀਡਰ ਜਾਂਦੇ ਨੇ ਉਹਨਾਂ ਦਾ ਕਿਸਾਨ ਨੇ ਜਿਹੜੇ ਆਮ ਪਿੰਡਾਂ ਦੇ ਲੋਕ ਨੇ ਉਹ ਵਿਰੋਧ ਕਰਦੇ ਰਹੇ ਸੀ। ਸੋ ਹੁਣ ਉਗਰਾਹਾਂ ਦੇ ਇਸ ਬਿਆਨ ਤੋਂ ਬਾਅਦ ਕਿਉਂਕਿ ਵੱਡਾ ਜਿਹੜਾ ਇੱਕ
ਆਪਾਂ ਕਹਿ ਸਕਦੇ ਹਾਂ ਕਿ ਇੱਕ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਕਿਸਾਨ ਨੇ ਉਗਰਾਹਾਂ ਜਥੇਬੰਦੀ ਦੇ ਨਾਲ ਜੁੜੇ ਹੋਏ ਨੇ ਤੇ ਜੇ ਉਗਰਾਹਾਂ ਜਥੇਬੰਦੀ ਨੇ ਇਹ ਫੈਸਲਾ ਲੈ ਲਿਆ ਕਿ ਸਿਰਫ ਬੀਜੇਪੀ ਦਾ ਵਿਰੋਧ ਕੀਤਾ ਜਾਊਗਾ ਤਾਂ ਕਿ ਪੰਜਾਬ ਦੇ ਵਿੱਚ ਵਿਰੋਧ ਹੈ ਜਿਹੜਾ ਉਹ ਘਟ ਜਾਊਗਾ। ਤੇ ਉਧਰ ਕਰਨਾਲ ਮੋਰਚਾ ਜਿੱਤਣ ਤੋਂ ਬਾਅਦ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਸਮੇਤ ਸਾਰੇ ਸੂਬਿਆਂ ਤੋਂ ਪਹੁੰਚੇ ਕਿਸਾਨਾਂ ਦਾ ਧੰਨਵਾਦ ਕੀਤਾ। ਚੜੂਨੀ ਨੇ ਕਿਹਾ ਕਿ ਕਿਸਾਨਾਂ ਦੇ ਜੋਸ਼ ਜਜ਼ਬੇ ਤੇ ਮਿਹਨਤ ਸਦਕਾ ਹੀ ਕਰਨਾਲ ਮੋਰਚੇ ਨੂੰ ਜਿੱਤ ਮਿਲੀ ਹੈ। ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਨੂੰ ਮੰਨਿਆ ਹੈ। साथियों, हम आपके बहुत बहुत धन्यवादी हैं, सभी भाइयों के, सभी किसानों के, चाहे वो करनाल के हों, चाहे वो पूरे हरियाणा के हों, चाहे वो पंजाब और उत्तर प्रदेश के, जिन्होंने करनाल आंदोलन में बहुत ज़्यादा अपना सहयोग दिया है और जो मांगे हमने मांगी थी सरकार से वो सारी की सारी आज प्रशासन ने मान ली है। और उसमें जो मृतक परिवार था उसके हमने एक मेंबर को नौकरी मांगी थी, 25 लाख रुपए मांगे थे और जो फट्टड़ है उनका मुआवजा मांगा था और जो दोषी पुलिस अधिकारी हैं उन पे पर्चा दर्ज करने की हमने बात की थी, FIR दर्ज करने की बात की थी। तो साथियों, मृतक परिवार को एक की जगह 2 नौकरियां पास होगी और एक हफ्ते में उनको नौकरी पर रख लिया जाएगा। तो आज आपकी पूरे इसमें बड़ी जीत हुई है, उसके लिए आप सभी बधाई के पात्र हो, सभी किसान धन्यवाद के पात्र हैं और सभी संगठन जिन्होंने इसमें सहयोग किया है सभी धन्यवाद के पात्र हैं। और जैसे हमारा पहला घेराव का और प्रदर्शन चलता है हमारा काले झंडे दिखाने का हरियाणा में, वैसे ही चलता रहेगा और जो दिल्ली का मोर्चा है वो वैसे ही चलता रहेगा। इसमें सभी भाई पहले की तरह बल्कि पहले से और बढ़ के इसमें सहयोग करते रहें। आप सभी का बहुत बहुत धन्यवाद। ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਦੀ ਹੜਤਾਲ ਦੀ ਜਾਣਕਾਰੀ ਦਈਏ ਤਾਂ ਹੜਤਾਲ ਲਗਾਤਾਰ 7ਵੇਂ ਦਿਨ ਵੀ ਜਾਰੀ ਰਹੀ। ਐਤਵਾਰ ਨੂੰ ਵੀ ਹੜਤਾਲ ਜਾਰੀ ਰਹੀ ਤੇ ਐਤਵਾਰ ਦੇ ਦਿਨ ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਦੇ ਕੰਟਰੈਕਟ ਵਰਕਰਜ਼ ਯੂਨੀਅਨ ਨੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦੇ ਮੂਹਰੇ ਧਰਨੇ ਦਿੱਤੇ ਤੇ 14 ਸਤੰਬਰ ਨੂੰ ਮੁੱਖ ਮੰਤਰੀ ਦੇ ਨਾਲ ਮੀਟਿੰਗ ਦਾ ਜੇ ਹੱਲ ਨਹੀਂ ਨਿਕਲਦਾ ਤਾਂ ਪੰਜਾਬ ਦੇ GT ਰੋਡ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਤਾਜ਼ਾ ਕੀਤਾ ਹੈ। ਪੰਜਾਬ ਸਰਕਾਰ ਨੇ ਲੋਕਾਂ ਨੂੰ ਸਫ਼ਰ ਕਰਨ ਦੇ ਲਈ ਹੁਣ ਪ੍ਰਾਈਵੇਟ ਬੱਸਾਂ ਦੇ ਰੈਮੋ ਕਰਮ ਤੇ ਹੀ ਛੱਡਿਆ ਹੋਇਆ ਕਿਉਂਕਿ ਲੰਬੇ ਸਫ਼ਰ ਕਰਨ ਵਾਲਿਆਂ ਦਾ ਬਹੁਤ ਮਾੜਾ ਹਾਲ ਹੈ। ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਹੈ ਪਰ ਲੋਕਾਂ ਦੀਆਂ ਜੇਬਾਂ ਜ਼ਰੂਰ ਢਿੱਲੀਆਂ ਹੋ ਰਹੀਆਂ ਨੇ। ਤੇ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਵਰਗ ਨੇ ਜਿਹੜੇ ਧਰਨੇ ਮੁਜ਼ਾਹਰੇ ਲਗਾਤਾਰ ਕਰ ਰਹੇ ਨੇ। ਬੇਰੁਜ਼ਗਾਰ B.Ed ਟੈਟ ਪਾਸ ਯੂਨੀਅਨ ਦੇ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ ਦੀ ਅਗਵਾਈ ਦੇ ਵਿੱਚ ਭਵਾਨੀਗੜ੍ਹ ਰੋਡ ਤੇ ਸਥਿਤ ਪਿੰਡ ਜਾਲਾਂ ਵਿੱਚ ਜ਼ੀਰਕਪੁਰ ਬਠਿੰਡਾ ਨੈਸ਼ਨਲ ਹਾਈਵੇ ਤੇ ਧਰਨਾ ਲਾ ਕੇ ਆਵਾਜਾਈ ਠੱਪ ਕੀਤੀ ਹੈ। ਧਰਨਾ ਸੰਗਰੂਰ ਰੋਡ ਤੋਂ ਦੱਖਣੀ ਬਾਈਪਾਸ ਦੇ ਕੋਲ ਲਾਇਆ ਗਿਆ। ਯੂਨੀਅਨ ਦੇ ਜਿਹੜੇ ਲੀਡਰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਮੰਗ ਕਰ ਰਹੇ ਨੇ। ਐਲਾਨ ਕੀਤਾ ਕਿ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਹੋਣ ਤੱਕ ਅਸੀਂ ਇੱਥੇ ਹੀ ਡਟੇ ਰਹਾਂਗੇ ਭਾਵੇਂ ਜਿੰਨਾ ਮਰਜ਼ੀ ਸਮਾਂ ਸਾਨੂੰ ਲੱਗ ਜਾਵੇ। ਖਮਾਣੋਂ ਤੋਂ ਖਬਰ ਹੈ ਜਿੱਥੇ ਨੇੜਲੇ ਪਿੰਡ ਖੰਟ ਵਿੱਚ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਤੇ ਅਦਾਕਾਰ ਨੀਰੂ ਬਾਜਵਾ ਦੀ ਇੱਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਤੇ ਸ਼ੂਟਿੰਗ ਦੇ ਨੇੜੇ ਇੱਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕਈ ਵਾਹਨ ਆਪਸ ਦੇ ਵਿੱਚ ਟਕਰਾ ਗਏ। ਹਾਦਸੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ। ਹਾਦਸੇ ਵਾਲੀ ਥਾਂ ਤੇ ਵੈਨਿਟੀ ਵੈਨਾਂ ਜਿਹੜੀਆਂ ਹਾਈਵੇ ਤੇ ਖੜੀਆਂ ਦੇਖੀਆਂ ਗਈਆਂ। ਐਤਵਾਰ ਸਵੇਰ ਸਮੇਂ ਇੱਕ ਨਿੱਜੀ ਬੱਸ ਸ਼੍ਰੀ ਗੰਗਾਨਗਰ ਤੋਂ ਚੰਡੀਗੜ੍ਹ ਜਾ ਰਹੀ ਸੀ। ਬੱਸ ਖੜੀਆਂ ਵੈਨਾਂ ਦੇ ਨਾਲ ਟਕਰਾ ਗਈ। ਬੱਸ ਦੀ ਟੱਕਰ ਨਾਲ 2 ਵੈਨਿਟੀ ਵੈਨਾਂ ਅਤੇ ਬਲੈਰੋ ਗੱਡੀ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ। ਹਾਦਸੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਤੇ ਇਸ ਥਾਂ ਤੇ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫਿਲਮ ਕਲੀ ਜੋਟਾ ਦੀ ਸ਼ੂਟਿੰਗ ਹੈ ਜਿਹੜੀ ਪਿਛਲੇ 6 ਸਤੰਬਰ ਤੋਂ ਚੱਲ ਰਹੀ ਹੈ। ਹਰਿਆਣਾ ਦੀ ਝੱਜਰ ਪੁਲਿਸ ਦੀ ਅਪਰਾਧ ਸ਼ਾਖਾ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੀ ਲੇਡੀ ਡੌਨ ਨੂੰ ਉਸਦੇ ਸਾਥੀ ਸਮੇਤ ਗ੍ਰਿਫਤਾਰ ਕਰ ਲਿਆ ਜੋ ਹਰਿਆਣਾ, ਦਿੱਲੀ ਤੇ ਹੋਰ ਸੂਬਿਆਂ ਨੂੰ ਹਥਿਆਰ ਸਪਲਾਈ ਕਰਨ ਦਾ ਕੰਮ ਕਰਦੀ ਸੀ। ਮੰਜੂ ਆਰੀਆ ਉਰਫ ਮੀਨੂ ਦੇ ਨਾਂ ਨਾਲ ਮਸ਼ਹੂਰ ਲੇਡੀ ਡੌਨ ਸੋਸ਼ਲ ਮੀਡੀਆ ਤੇ ਵੀ ਕਾਫੀ ਪਪੂਲਰ ਹੈ। ਸੋਸ਼ਲ ਮੀਡੀਆ ਤੇ ਇਸ ਔਰਤ ਦੇ ਹਥਿਆਰਾਂ ਨਾਲ ਕਈ ਵੀਡੀਓ ਵੀ ਵਾਇਰਲ ਹੋਏ ਨੇ। ਲੇਡੀ ਡੌਨ ਮੰਜੂ ਆਰੀਆ ਉਰਫ ਮੀਨੂ ਦਾ ਮੁੱਖ ਮਕਸਦ ਜਲੰਧਰ ਵਿੱਚ ਰਹਿੰਦੇ ਆਪਣੇ ਪਤੀ ਅਤੇ ਝੱਜਰ ਦੇ ਇੱਕ ਵਿਅਕਤੀ ਦਾ ਕਤਲ ਕਰਵਾਉਣਾ ਸੀ। ਇਸ ਤੋਂ ਪਹਿਲਾਂ ਕਿ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਜਾਂਦੀ ਪੁਲਿਸ ਨੇ ਉਸ ਨੂੰ ਦਬੋਚ ਲਿਆ। ਔਰਤ ਦੇ ਨਾਲ ਉਸਦੇ ਸਾਥੀਆਂ ਤੇ ਹਥਿਆਰਾਂ ਦੇ ਜ਼ੋਰ ਤੇ ਝੱਜਰ ਅਤੇ ਰੋਹਤਕ ਵਿੱਚ ਇੱਕ ਵਾਹਨ ਲੁੱਟਣ ਦਾ ਵੀ ਦੋਸ਼ ਹੈ। ਪੰਜਾਬ ਸਰਕਾਰ ਨੇ ਸੂਬੇ ਦੇ 10,151 ਐਸਸੀ ਨੌਜਵਾਨਾਂ ਦੇ 50-50 ਹਜ਼ਾਰ ਦੇ ਕੁੱਲ 41 ਕਰੋੜ 48 ਲੱਖ ਰੁਪਏ ਦੇ ਕਰਜ਼ੇ ਮਾਫ ਕੀਤੇ ਜਾ ਰਹੇ ਨੇ। ਸੂਬਾ ਸਰਕਾਰ ਦੇ ਇਸ ਕਦਮ ਨਾਲ ਇਹਨਾਂ ਨੌਜਵਾਨਾਂ ਨੂੰ ਵੱਡੀ ਰਾਹਤ ਮਿਲੇਗੀ। ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਰਾਹੀਂ ਸੂਬੇ ਦੇ ਨੌਜਵਾਨਾਂ ਦੇ ਵੱਲੋਂ ਸਵੈ ਰੁਜ਼ਗਾਰ ਲਈ ਲਏ ਗਏ ਹਰ ਤਰ੍ਹਾਂ ਦੇ ਕਰਜ਼ਿਆਂ ਵਿੱਚੋਂ 50-50 ਹਜ਼ਾਰ ਰੁਪਏ ਮਾਫ ਕਰਨ ਦਾ ਫੈਸਲਾ ਲਿਆ ਗਿਆ।
ਬੁਲੇਟਿਨ ਦੇ ਵਿੱਚ ਅਗਲੀ ਖਬਰ ਬੜੀ ਦਿਲਚਸਪ ਵੀ ਹੈ ਅਤੇ ਬੜੇ ਕੰਮ ਦੀ ਵੀ ਹੈ, ਖਾਸ ਕਰਕੇ ਪੁਲਿਸ ਮੁਲਾਜ਼ਮਾਂ ਦੇ ਲਈ। ਤੁਹਾਨੂੰ ਯਾਦ ਹੋਣਾ ਅਗਸਤ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤੇ ਸੀ ਕਿ ਪੁਲਿਸ ਕਰਮਚਾਰੀਆਂ ਦੀ ਜਿਹੜੀ ਖਰਾਬ ਸਿਹਤ ਹੋ ਰਹੀ ਹੈ ਉਸ ਨੂੰ ਠੀਕ ਕੀਤਾ ਜਾਵੇ। ਪੁਲਿਸ ਕਰਮਚਾਰੀਆਂ ਦੀ ਕਸਰਤ ਹੈ ਜਿਹੜੀ ਉਹ ਲਾਜ਼ਮੀ ਕੀਤੀ ਜਾਵੇ। ਤੇ ਉਸ ਤੋਂ ਬਾਅਦ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਰੇ ਜਿਹੜੇ ਪੁਲਿਸ ਸੁਪਰਡੈਂਟ ਨੇ ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਦੇ ਜਿਹੜੇ ਸਰੀਰਕ ਸਿਖਲਾਈ ਕੈਂਪ ਚੱਲ ਰਹੇ ਨੇ ਉਹਨਾਂ ਦਾ ਡਿਜੀਟਲ ਰਿਕਾਰਡ ਰੱਖਣ ਦੇ ਆਦੇਸ਼ ਜਾਰੀ ਕੀਤੇ ਨੇ। ਅਦਾਲਤ ਨੇ ਅਜਿਹੀਆਂ ਵਾਰਦਾਤਾਂ ਬਾਰੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਸੀ ਜਿਨ੍ਹਾਂ ਵਿੱਚ ਪੁਲਿਸ ਛਾਪੇਮਾਰੀ ਦੌਰਾਨ ਸ਼ੱਕੀ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਪੁਲਿਸ ਵਾਲੇ ਨੇ ਜਿਹੜੇ ਵੱਡੇ ਢਿੱਡਾਂ ਕਰਕੇ ਉਹਨਾਂ ਨੂੰ ਫੜ ਹੀ ਨਹੀਂ ਸਕਦੇ ਕਿਉਂਕਿ ਭੱਜ ਨਹੀਂ ਪਾਉਂਦੇ ਕਿਉਂਕਿ ਸਿਹਤ ਨਹੀਂ ਠੀਕ ਹੈਗੀ। ਤੇ ਹੁਣ ਹਾਈ ਕੋਰਟ ਦੀ ਘੁਰਕੀ ਤੋਂ ਬਾਅਦ ਢਿੱਡਲ ਪੁਲਿਸ ਮੁਲਾਜ਼ਮ ਜਿੱਥੇ ਕਸਰਤ ਕਰਨਗੇ ਉੱਥੇ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਕਸਰਤ ਦਾ ਰਿਕਾਰਡ ਵੀ ਰੱਖਿਆ ਜਾਏਗਾ। ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਸਾਰੇ ਵੱਧ ਭਾਰ ਵਾਲੇ ਪੁਲਿਸ ਕਰਮਚਾਰੀਆਂ ਨੂੰ ਸਹੀ ਆਕਾਰ ਦੇ ਵਿੱਚ ਆਉਣ ਲਈ 3 ਮਹੀਨਿਆਂ ਲਈ ਸਵੇਰੇ 2-2 ਘੰਟੇ ਦੀ ਕਸਰਤ ਕਰਨੀ ਪਏਗੀ। ਮੋਗਾ ਦੇ ਐਸਐਸਪੀ ਧਰੋਮਨ ਐਚ ਨਿੰਬਲੇ ਨੇ 13 ਸਤੰਬਰ ਤੋਂ ਸਾਰੇ ਅਯੋਗ ਤੇ ਵੱਧ ਭਾਰ ਵਾਲੇ ਕਰਮਚਾਰੀਆਂ ਦੀ ਲਾਜ਼ਮੀ 2 ਘੰਟੇ ਦੀ ਸਰੀਰਕ ਸਿਖਲਾਈ ਦੇ ਹੁਕਮ ਜਾਰੀ ਕਰਦਿਆਂ ਕਿਹਾ ਕਿ 3 ਮਹੀਨਿਆਂ ਦਾ ਕੈਂਪ ਪੁਲਿਸ ਨੂੰ ਬਿਮਾਰੀਆਂ ਤੋਂ ਬਚਾਏਗਾ ਤੇ ਉਹਨਾਂ ਨੂੰ ਤੰਦਰੁਸਤ ਤੇ ਸਿਹਤਮੰਦ ਵੀ ਬਣਾਏਗਾ। ਯਾਨੀ ਕਿ ਕਿਹਾ ਜਾ ਸਕਦਾ ਹੈ ਕਿ ਮੋਗਾ ਦੀ ਪੁਲਿਸ ਦੇ ਢਿੱਡ ਨੇ ਜਿਹੜੇ ਹੁਣ ਉਹ ਫਲੈਟ ਹੋ ਜਾਣਗੇ। ਜ਼ਿਆਦਾ ਭਾਰ ਵਾਲੇ ਤੇ ਅਯੋਗ ਪੁਲਿਸ ਮੁਲਾਜ਼ਮਾਂ ਦੀ ਪਛਾਣ ਕਰਨ ਦੇ ਲਈ ਡੀਐਸਪੀ ਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਸਾਰੇ ਕਰਮਚਾਰੀਆਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ। ਐਸਪੀ ਹੈੱਡਕੁਆਟਰ ਗੁਰਦੀਪ ਸਿੰਘ ਰੋਜ਼ਾਨਾ ਸਵੇਰੇ 6 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਲਾਏ ਜਾਣ ਵਾਲੇ ਫਿਟਨੈਸ ਕੈਂਪ ਦੀ ਨਿਗਰਾਨੀ ਕਰਨਗੇ। ਡੀਐਸਪੀਜ਼ ਸਟੇਸ਼ਨ ਹਾਊਸ ਅਫਸਰਾਂ ਤੇ ਇੰਚਾਰਜਾਂ ਨੂੰ ਕਹਿ ਦਿੱਤਾ ਗਿਆ ਕਿ ਉਹ ਸਾਰੇ ਵੱਧ ਭਾਰ ਵਾਲੇ ਪੁਲਿਸ ਵਾਲਿਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਜਿਨ੍ਹਾਂ ਦੇ ਢਿੱਡ ਨਿਕਲੇ ਹੋਏ ਨੇ। ਕਸਰਤ ਅਤੇ ਫਿਟਨੈਸ ਕਲਾਸਾਂ ਦੇ ਵਿੱਚ ਰੇਸ, ਜੌਗਿੰਗ, ਪੁਸ਼ਅਪਸ, ਸਕੁਐਟਸ ਅਤੇ ਯੋਗਾ ਸ਼ਾਮਿਲ ਹੋਣਗੇ। ਹਾਈ ਕੋਰਟ ਦੇ ਨਿਰਦੇਸ਼ਾਂ ਦੇ ਮੁਤਾਬਿਕ ਸਾਰੇ ਸੈਸ਼ਨਾਂ ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕੀਤੀ ਜਾਏਗੀ। ਐਸਐਸਪੀ ਨੇ ਕਿਹਾ ਕਿ ਪੁਲਿਸ ਹਮੇਸ਼ਾ ਆਪਣੀ ਡਿਊਟੀ ਵਿੱਚ ਰੁੱਝੀ ਰਹਿੰਦੀ ਹੈ ਤੇ ਆਪਣੀ ਸਿਹਤ ਦਾ ਧਿਆਨ ਰੱਖਣ ਦਾ ਸਮਾਂ ਹੀ ਨਹੀਂ ਮਿਲਦਾ। ਫਿਜ਼ੀਕਲ ਟ੍ਰੇਨਿੰਗ ਕੈਂਪ ਪੁਲਿਸ ਵਾਲਿਆਂ ਨੂੰ ਉਹਨਾਂ ਦੇ ਆਪਣੇ ਫਿੱਟ ਸਰੀਰ ਵਿੱਚ ਲਿਆਉਣ ਲਈ ਤੇ ਬਿਮਾਰੀਆਂ ਨੂੰ ਰੋਕਣ ਦੇ ਵਿੱਚ ਸਹਾਇਤਾ ਕਰੇਗਾ। ਸੋ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਪੁਲਿਸ ਕਰਮਚਾਰੀਆਂ ਦੇ ਢਿੱਡ ਦੀ ਹੈ ਜਿਹੜੀ ਉਹ ਵਿਦੇਸ਼ਾਂ ਤੱਕ ਵੀ ਚਰਚਾ ਹੁੰਦੀ ਹੈ। ਗੁਜਰਾਤ ਦੇ ਅਗਲੇ ਮੁੱਖ ਮੰਤਰੀ ਭੁਪਿੰਦਰ ਪਟੇਲ ਹੋਣਗੇ। ਗੁਜਰਾਤ ਦੇ ਵਿੱਚ ਬੀਜੇਪੀ ਵਿਧਾਇਕ ਦਲ ਨੇ ਆਪਣੀ ਅਹਿਮ ਮੀਟਿੰਗ ਦੇ ਵਿੱਚ ਭੁਪਿੰਦਰ ਪਟੇਲ ਨੂੰ ਆਪਣਾ ਨੇਤਾ ਚੁਣ ਲਿਆ ਤੇ ਹੁਣ ਪਟੇਲ ਗੁਜਰਾਤ ਦੇ ਨਵੇਂ ਮੁੱਖ ਮੰਤਰੀ ਹੋਣਗੇ। ਸੋਮਵਾਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਕਈ ਨਾਵਾਂ ਤੇ ਚਰਚਾ ਹੋਈ ਸੀ ਪਰ ਜਿਹੜਾ ਭੁਪਿੰਦਰ ਪਟੇਲ ਨੂੰ ਹੀ ਨੇਤਾ ਚੁਣਿਆ ਗਿਆ। ਕੇਂਦਰ ਦੇ ਵੱਲੋਂ ਅਬਜ਼ਰਵਰ ਦੇ ਵਜੋਂ ਖੇਤੀ ਮੰਤਰੀ ਨਰਿੰਦਰ ਤੋਮਰ ਤੇ ਹੋਰ ਲੀਡਰ ਵੀ ਪਹੁੰਚੇ ਹੋਏ ਸੀ। ਪਟੇਲ ਦਾ ਨਾਮ ਵਿਜੇ ਰੂਪਾਨੀ ਨੇ ਪੇਸ਼ ਕੀਤਾ ਜਿਸ ਤੇ ਸਰਬਸੰਮਤੀ ਹੋ ਗਈ। ਸੋ ਇਹ ਸਵਾਲ ਵੀ ਇੱਥੇ ਉੱਠਦਾ ਕਿ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਜਦੋਂ ਤੋਂ ਸੈਂਟਰ ਦੇ ਵਿੱਚ ਆ ਗਏ ਨੇ, ਜਦੋਂ ਤੋਂ ਉੱਥੋਂ ਗੁਜਰਾਤ ਨੂੰ ਛੱਡ ਕੇ ਆਏ ਗਏ ਨੇ, ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਕੋਈ ਵੀ ਜਿਹੜਾ ਮੰਤਰੀ ਹੈ ਉਹ 5 ਸਾਲਾਂ ਦੇ ਲਈ ਟਿਕ ਕਿਉਂ ਨਹੀਂ ਸਕਿਆ। ਮੰਗਲੁਰੂ 에ਅਰਪੋਰਟ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਸ ਦੋਸਤ ਅਡਾਨੀ ਦਾ ਨਾਮ ਸਾਫ਼ ਕਰ ਦਿੱਤਾ ਗਿਆ ਹੈ। ਕਈ ਮਹੀਨਿਆਂ ਦਾ ਵਿਰੋਧ ਤੋਂ ਬਾਅਦ ਮੰਗਲੁਰੂ 에ਅਰਪੋਰਟ ਤੋਂ ਅਡਾਨੀ 에ਅਰਪੋਰਟ ਦਾ ਟੈਗ ਹਟਾ ਦਿੱਤਾ ਗਿਆ। ਇਸ 에ਅਰਪੋਰਟ ਦਾ ਕੰਟਰੋਲ ਅਡਾਨੀ ਗਰੁੱਪ ਕੋਲ ਜਾਣ ਤੋਂ ਪਹਿਲਾਂ ਜਿਹੜਾ ਬੋਰਡ ਸੀ ਉਹੀ ਲਾ ਦਿੱਤਾ ਗਿਆ। ਇਸ ਮੁੱਦੇ ਨੂੰ ਸੋਸ਼ਲ ਵਰਕਰ ਦਿਲਰਾਜ ਅਲਵਾ ਨੇ ਚੁੱਕਿਆ ਸੀ। ਆਰਟੀਆਈ ਵਿੱਚ ਮਿਲੀ ਜਾਣਕਾਰੀ ਦੌਰਾਨ ਪਤਾ ਲੱਗਾ ਕਿ 에ਅਰਪੋਰਟ ਨੂੰ ਚਲਾਉਣ ਤੇ ਹੋਰ ਪ੍ਰਬੰਧ ਕਰਨ ਦੇ ਕੰਟਰੈਕਟ ਵਿੱਚ ਨਾਮ ਬਦਲਣ ਨੂੰ ਲੈ ਕੇ ਕੋਈ ਜ਼ਿਕਰ ਨਹੀਂ ਹੈ। ਆਪਣੇ ਵਰਕਰਾਂ ਅਤੇ ਲੀਡਰਾਂ ਨੂੰ ਅਹੁਦਿਆਂ ਦੀ ਝਾਕ ਜਾਂ ਲਾਲਚ ਨਾ ਰੱਖਣ ਦੀ ਨਸੀਹਤ ਦੇਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤੀਜੀ ਵਾਰੀ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦਾ ਕੌਮੀ ਕਨਵੀਨਰ ਚੁਣ ਲਿਆ ਗਿਆ ਹੈ। ਪਾਰਟੀ ਲੀਡਰ ਪੰਕਜ ਗੁਪਤਾ ਤੇ ਐਨਡੀ ਗੁਪਤਾ ਕਰਮਵਾਰ ਸਕੱਤਰ ਤੇ ਪਾਰਟੀ ਦੇ ਖਜ਼ਾਨਚੀ ਚੁਣੇ ਗਏ ਨੇ। ਆਮ ਆਦਮੀ ਪਾਰਟੀ ਦੀ ਕੌਮੀ ਕੌਂਸਲ ਨੇ ਸ਼ਨੀਵਾਰ ਨੂੰ ਕੇਜਰੀਵਾਲ ਸਮੇਤ 34 ਮੈਂਬਰੀ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਸੀ। ਉੱਤਰ ਪ੍ਰਦੇਸ਼ ਤੋਂ ਇੱਕ ਖਬਰ ਦੱਸ ਦਿੰਦੇ ਹਾਂ ਜਿੱਥੇ ਯੂਪੀ ਸਰਕਾਰ ਨੂੰ ਚਮਕਾਉਂਦਾ ਦਮਕਾਉਂਦਾ ਇਸ਼ਤਿਹਾਰ ਛਾਪਣ ਵਾਲੇ ਇੱਕ ਅਖਬਾਰ ਨੂੰ ਮਾਫੀ ਮੰਗਣੀ ਪਈ ਹੈ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੇ ਇੱਕ ਇਸ਼ਤਿਹਾਰ ਵਿੱਚ ਗਲਤ ਤਸਵੀਰ ਛਾਪਣ ਕਰਕੇ ਅੰਗਰੇਜ਼ੀ ਦੇ ਅਖਬਾਰ ਦਾ ਇੰਡੀਅਨ ਐਕਸਪ੍ਰੈਸ ਨੂੰ ਮਾਫੀ ਮੰਗਣੀ ਪਈ ਹੈ। ਅਖਬਾਰ ਨੇ ਇਸ਼ਤਿਹਾਰ ਛਾਪਿਆ, ਉਸ ਦੇ ਵਿੱਚ ਯੋਗੀ ਦੀ ਵੱਡੀ ਤਸਵੀਰ ਛਾਪੀ। ਇਸ਼ਤਿਹਾਰ ਵਿੱਚ ਤਸਵੀਰ ਹੇਠਾਂ ਉੱਚੀਆਂ ਇਮਾਰਤਾਂ, ਫਲਾਈਓਵਰ ਤੇ ਸਾਫ਼ ਸੜਕਾਂ ਦਿਖਾਈਆਂ ਗਈਆਂ। ਇਸ਼ਤਿਹਾਰ ਵਿੱਚ ਲਿਖਿਆ ਕਿ 2017 ਤੋਂ ਪਹਿਲਾਂ ਨਿਵੇਸ਼ ਦੇ ਮਾਮਲੇ ਵਿੱਚ ਬਾਹਰ ਦੇ ਲੋਕ ਉੱਤਰ ਪ੍ਰਦੇਸ਼ ਦੇ ਨਾਂ ਤੇ ਹੱਸਦੇ ਸੀ। ਪਿਛਲੇ 4.5 ਸਾਲਾਂ ਵਿੱਚ ਅਸੀਂ ਉੱਤਰ ਪ੍ਰਦੇਸ਼ ਦੀ ਨਾਂ ਪੱਖੀ ਸਾਖ ਨੂੰ ਤੋੜ ਦਿੱਤਾ ਹੈ। ਹਾਲਾਂਕਿ ਇੱਕ ਇਸ਼ਤਿਹਾਰ ਸੀ ਪਰ ਤਸਵੀਰਾਂ ਗਲਤ ਲਾਈਆਂ ਗਈਆਂ। ਕੁਝ ਲੋਕਾਂ ਨੇ ਇਸ਼ਤਿਹਾਰ ਆਉਣ ਤੋਂ ਬਾਅਦ ਧਿਆਨ ਵਿੱਚ ਲਿਆਂਦਾ ਕਿ ਇਮਾਰਤਾਂ ਤੇ ਫਲਾਈਓਵਰ ਉੱਤਰ ਪ੍ਰਦੇਸ਼ ਦੇ ਨਹੀਂ ਪੱਛਮੀ ਬੰਗਾਲ ਦੇ ਹਨ। ਇਹਨਾਂ ਇਸ਼ਤਿਹਾਰਾਂ ਵਿੱਚ ਕਲਕੱਤਾ ਦੀ ਕਾਲੀ ਪੀਲੀ ਟੈਕਸੀ ਵੀ ਦੇਖੀ ਜਾ ਸਕਦੀ ਹੈ। ਇਸ਼ਤਿਹਾਰ ਦੇਖ ਕੇ ਖਾਸ ਕਰਕੇ ਪੱਤਰਕਾਰਾਂ ਨੇ ਕਿਹਾ ਕਿ ਕੀ ਯੋਗੀ ਕੋਲ ਆਪਣੇ ਕੀਤੇ ਕਿਸੇ ਕੰਮ ਨੂੰ ਦਿਖਾਉਣ ਲਈ ਆਪਣੀ ਕੋਈ ਤਸਵੀਰ ਨਹੀਂ ਹੈ। ਤੇ ਇਸ ਕਿਰਕਰੀ ਤੋਂ ਬਾਅਦ ਅਖਬਾਰ ਨੇ ਟਵਿੱਟਰ ਤੇ ਮਾਫੀ ਮੰਗ ਲਈ ਪਰ ਇਸ ਮਾਫੀ ਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਅਖਬਾਰ ਮਾਫੀ ਕਿਉਂ ਮੰਗ ਰਿਹਾ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਕੀ ਇਸ ਅਖਬਾਰ ਨੇ ਪੁਰਾਣੀ ਤਸਵੀਰ ਲੱਭੀ ਹੈ ਜਾਂ ਫਿਰ ਕੀ ਇਸ ਨੂੰ ਯੂਪੀ ਸਰਕਾਰ ਦੀ ਮਨਜ਼ੂਰੀ ਦੇ ਨਾਲ ਛਾਪਿਆ ਗਿਆ ਸੀ। ਇਸ ਤਰ੍ਹਾਂ ਦੇ ਸਵਾਲ ਹੁਣ ਉੱਠ ਰਹੇ ਨੇ।
ਬੁਲੇਟਿਨ ਦੇ ਵਿੱਚ ਅਹਿਮ ਖਬਰਾਂ ਤੁਹਾਨੂੰ ਪੂਰੀ ਦੁਨੀਆ ਦੀਆਂ ਵੀ ਦੱਸ ਦਿੰਦੇ ਹਾਂ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਥਿਤ ਤੌਰ ਉੱਤੇ ਪੱਥਰ ਸੁੱਟਣ ਵਾਲੇ 25 ਸਾਲਾ ਨੌਜਵਾਨ ਖਿਲਾਫ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਲੱਗੇ ਨੇ। ਪੁਲਿਸ ਨੇ ਕਿਹਾ ਕਿ ਉਸ ਵਕਤ ਦੀ ਘਟਨਾ ਹੈ ਜਦੋਂ ਪ੍ਰਧਾਨ ਮੰਤਰੀ ਟਰੂਡੋ ਇੱਕ ਚੋਣ ਮੁਹਿੰਮ ਦੌਰਾਨ ਬਾਹਰ ਆ ਰਹੇ ਸੀ। ਸ਼ੇਨ ਮਾਰਸ਼ਲ ਨਾਂ ਦੇ ਇਸ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਦੋਂ ਇਸ ਨੌਜਵਾਨ ਨੇ ਟਰੂਡੋ ਤੇ ਹਮਲਾ ਕੀਤਾ ਤਾਂ ਟਰੂਡੋ ਨੇ ਹਲਕੀ ਸੱਟ ਮਹਿਸੂਸ ਹੋਣ ਦੀ ਗੱਲ ਕਹੀ ਸੀ। ਇੱਕ ਪੱਥਰ ਟਰੂਡੋ ਦੇ ਮੋਢੇ ਤੇ ਵੱਜਿਆ ਸੀ ਤੇ ਨਿੱਕੇ-ਨਿੱਕੇ ਪੱਥਰਾਂ ਨਾਲ ਹਮਲਾ ਕੀਤਾ ਗਿਆ ਸੀ। ਜਸਟਿਨ ਟਰੂਡੋ ਦੇ ਵਿਰੋਧੀਆਂ ਨੇ ਵੀ ਇਸ ਹਮਲੇ ਦੀ ਨਿੰਦਿਆ ਕੀਤੀ ਸੀ। ਮਾਮਲੇ ਦੀ ਅਗਲੀ ਸੁਣਵਾਈ 6 ਅਕਤੂਬਰ ਨੂੰ ਹੋਵੇਗੀ। ਪਾਕਿਸਤਾਨ ਦੇ ਵਿੱਚ ਵੀ ਮੌਸਮ ਨੇ ਕਹਿਰ ਵਰਾਇਆ ਹੈ। ਪਿਸ਼ਾਵਰ ਦੇ ਉੱਤਰ ਪੱਛਮੀ ਪਾਕਿਸਤਾਨ ਦੇ ਦੂਰ ਦਰਾਡੇ ਪਿੰਡ ਵਿੱਚ ਐਤਵਾਰ ਨੂੰ 3 ਘਰਾਂ ਦੇ ਵਿੱਚ ਬਿਜਲੀ ਡਿੱਗਣ ਕਾਰਨ ਔਰਤਾਂ ਤੇ ਬੱਚਿਆਂ ਸਮੇਤ ਘੱਟੋ-ਘੱਟ 14 ਜਣਿਆਂ ਦੀ ਮੌਤ ਹੋ ਗਈ ਹੈ। 3 ਘਰਾਂ ਦੇ 14 ਜੀਅ ਮਾਰੇ ਗਏ ਨੇ। ਸ਼ਨੀਵਾਰ ਰਾਤ ਤੋਂ ਮੀਂਹ ਸ਼ੁਰੂ ਹੋਇਆ ਐਤਵਾਰ ਤੜਕੇ ਤੱਕ ਜਾਰੀ ਰਿਹਾ, ਜਿਸ ਦੇ ਨਾਲ ਖੈਬਰ ਪਖਤੂਨਵਾ ਸੂਬੇ ਦੇ ਤੋਰਘਰ ਪਿੰਡ ਦੇ ਵਿੱਚ 3 ਕੱਚੇ ਘਰ ਤਬਾਹ ਹੋ ਗਏ। ਬਿਜਲੀ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਨਾਲ ਜੁੜੀ ਇੱਕ ਅਹਿਮ ਖਬਰ ਹੈ ਕਿ ਸੱਤਾ ਸਾਂਭਣ ਤੋਂ ਬਾਅਦ ਤਾਲਿਬਾਨ ਤੇ ਔਰਤਾਂ ਪ੍ਰਤੀ ਰਵੱਈਏ ਬਾਰੇ ਜਿਹੜੇ ਉੱਠ ਰਹੇ ਸਵਾਲ ਸੀ ਉਹਨਾਂ ਦਾ ਜਵਾਬ ਦਿੰਦਿਆਂ ਤਾਲਿਬਾਨੀ ਸਰਕਾਰ ਨੇ ਕਿਹਾ ਕਿ ਦੇਸ਼ ਦੇ ਵਿੱਚ ਅਸੀਂ ਉੱਚ ਸਿੱਖਿਆ ਨੀਤੀ ਤਿਆਰ ਕਰ ਲਈ ਹੈ, ਜਿਹਦੇ ਵਿੱਚ ਕੁੜੀਆਂ ਹੁਣ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹ ਸਕਣਗੀਆਂ, ਪਰ ਮੁੰਡੇ ਤੇ ਕੁੜੀਆਂ ਦੀਆਂ ਕਲਾਸਾਂ ਨੇ ਜਿਹੜੀਆਂ ਉਹ ਵੱਖਰੀਆਂ ਹੋਣਗੀਆਂ। ਕੁੜੀਆਂ ਦੇ ਲਈ ਇਸਲਾਮਿਕ ਪਹਿਰਾਵਾ ਲਾਜ਼ਮੀ ਹੋਵੇਗਾ, ਯਾਨੀ ਕਿ ਅਫਗਾਨਿਸਤਾਨ ਦੀਆਂ ਕੁੜੀਆਂ ਪੜ੍ਹ ਤਾਂ ਸਕਦੀਆਂ ਨੇ ਪਰ ਉਹਨਾਂ ਨੂੰ ਹਿਜਾਬ ਪਾਉਣਾ ਪਏਗਾ। ਮੁੰਡਿਆਂ ਦੇ ਨਾਲ ਉਹ ਕਲਾਸਾਂ ਦੇ ਵਿੱਚ ਨਹੀਂ ਬੈਠ ਸਕਣਗੀਆਂ। ਇਸੇ ਤਰ੍ਹਾਂ ਕਾਬੁਲ ਹਵਾਈ ਅੱਡੇ ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਔਰਤਾਂ ਕੰਮ ਤੇ ਭਰਤ ਆਈਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਵੀ ਔਰਤਾਂ ਸਿਕਿਉਰਿਟੀ ਚੈੱਕ ਪੁਆਇੰਟ ਤੇ ਕੰਮ ਕਰਦੀਆਂ ਦਿਖਾਈ ਦੇ ਰਹੀਆਂ ਨੇ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਔਰਤਾਂ ਨੇ ਇੱਥੇ ਆਉਣਾ ਬੰਦ ਕਰ ਦਿੱਤਾ ਸੀ। ਹਵਾਈ ਅੱਡੇ ਤੇ 80 ਤੋਂ ਜ਼ਿਆਦਾ ਬੀਬੀਆਂ ਕੰਮ ਕਰ ਰਹੀਆਂ ਨੇ ਪਰ 12 ਹੀ ਵਾਪਸ ਪਰਤੀਆਂ ਨੇ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ 80 ਔਰਤਾਂ ਵਾਪਸ ਪਰਤ ਆਉਣ। ਹੋ ਸਕਦਾ ਉਹਨਾਂ 80 ਦੇ ਵਿੱਚੋਂ ਕਈ ਅਫਗਾਨਿਸਤਾਨ ਛੱਡ ਕੇ ਚਲੀਆਂ ਗਈਆਂ ਹੋਣ, ਪਰ ਇਹਨਾਂ ਦਾ ਪਹਿਰਾਵਾ ਜਿਹੜਾ ਦੇਖਿਆ ਜਾ ਸਕਦਾ ਹੈ ਕਿ ਪੂਰੀ ਤਰ੍ਹਾਂ ਹਿਜਾਬ ਦੇ ਵਿੱਚ ਇਹ ਜਿਹੜੀਆਂ ਔਰਤਾਂ ਲਿਪਟੀਆਂ ਹੋਈਆਂ ਨੇ ਤੇ 에ਅਰਪੋਰਟ ਤੇ ਆਪਣੀ ਡਿਊਟੀ ਦੇ ਰਹੀਆਂ ਨੇ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।